DRG Kids। ਜਾਦੂਈ ਅੰਬ ਦਾ ਪੇੜ ਅਤੇ ਲਾਲ ਕਬੂਤਰ। ਨਾਰਾਇਣਪੁਰ ਨਾਂ ਦਾ ਇੱਕ ਛੋਟਾ ਜਿਹਾ ਪਿੰਡ ਸੀ। ਇਸ ਪਿੰਡ ਵਿੱਚ ਸਾਰੇ ਇੱਕ ਦੂਸਰੇ ਨਾਲ ਮਿਲ ਜੁਲ ਕੇ ਰਹਿੰਦੇ ਸੀ। ਇਸ ਪਿੰਡ ਵਿੱਚ ਬਿਮਲਾ ਆਪਣੇ 5 ਸਾਲ ਦੀ ਧੀ ਮਧੂਰਾ ਦੇ ਨਾਲ ਟੁੱਟੀ ਫੁੱਟੀ ਝੋਪੜੀ ਵਿੱਚ ਰਹਿੰਦੀ ਸੀ। ਪੂਰਾ ਦਿਨ ਲੋਕਾਂ ਦੇ ਘਰਾਂ ਵਿੱਚ ਤੇ ਖੇਤਾਂ ਵਿੱਚ ਜਾ ਕੇ ਮਿਹਨਤ ਮਜ਼ਦੂਰੀ ਕਰਦੀ ਸੀ। 5 ਸਾਲ ਦੀ ਮਧੂਰਾ ਵੀ ਲੋਕਾਂ ਦੇ ਘਰ ਦਾ ਛੋਟਾ ਮੋਟਾ ਕੰਮ ਕਰਦੀ ਸੀ। ਇੱਕ ਦਿਨ ਮਧੂਰਾ ਖੇਡਦੇ ਖੇਡਦੇ ਥੋੜੀ ਦੂਰ ਚਲੀ ਗਈ। ਉੱਥੇ ਉਹਨੂੰ ਅੰਬ ਦਾ ਪੇੜ ਦਿਸਿਆ। ਮਧੂਰਾ ਉਸ ਪੇੜ ਨੂੰ ਵੇਖ ਕੇ ਹੈਰਾਨ ਹੀ ਰਹਿ ਗਈ, ਕਿਉਂਕਿ ਉਹ ਪੇੜ ਹਰਾ ਨਹੀਂ ਸੀ, ਲਾਲ ਰੰਗ ਦਾ ਸੀ। ਉਸ ਪੇੜ ਉੱਤੇ ਇੱਕ ਕਬੂਤਰ ਬੈਠਿਆ ਸੀ। ਉਹਦਾ ਰੰਗ ਵੀ ਲਾਲ ਹੀ ਸੀ। ਉਸ ਪੇੜ ਉੱਤੇ 2 ਹੀ ਅੰਬ ਲੱਗੇ ਹੋਏ ਸੀ। ਮਧੂਰਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸੱਚ ਹੈ ਕਿ ਉਹ ਸੁਪਨਾ ਵੇਖਦੀ ਪਈ ਹੈ। ਇਹ ਕੀ ਅੰਬ ਦਾ ਦਰਖਤ, ਉਹ ਵੀ ਲਾਲ ਰੰਗ ਦਾ। ਉਹਦੇ ਉੱਤੇ ਸਿਰਫ 2 ਹੀ ਅੰਬ। ਫਿਰ ਉਹਨੇ ਕਿਹਾ, ਤੇ ਇਸ ਦਰਖਤ ਉੱਤੇ ਕਬੂਤਰ ਵੀ ਇੱਕ, ਉਹ ਵੀ ਲਾਲ ਰੰਗ ਦਾ। ਅਚਾਨਕ ਪੇੜ ਉੱਤੇ ਬੈਠੇ ਹੋਏ ਕਬੂਤਰ ਬੋਲ ਪਿਆ, हाँ, ਇੱਥੇ ਸਭ ਲਾਲ ਲਾਲ ਹੈ। ਉਸ ਕਬੂਤਰ ਦੀ ਆਵਾਜ਼ ਸੁਣ ਕੇ ਮਧੂਰਾ ਉੱਥੋਂ ਡਰ ਕੇ ਭੱਜ ਗਈ। ਉਹ ਘਰ ਆ ਗਈ, ਪਰ ਮਾਂ ਨਾਲ ਕੋਈ ਗੱਲ ਨਹੀਂ ਕਰਦੀ ਪਈ ਸੀ। ਬਿਮਲਾ ਉਹਨੂੰ ਬੜੀ ਦੇਰ ਤੋਂ ਵੇਖਦੀ ਪਈ ਸੀ, ਪਰ ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਮਧੂਰਾ ਅੱਜ ਇੰਨੀ ਚੁੱਪ ਕਿਉਂ ਹੈ। मेरी मधुरा, आज इतनी चुप चुप क्यों है? तेरी तबीयत ठीक है ना? ਹਾਂ ਠੀਕ ਹੈ। किसी ने तेनू कुछ किया है पुत्र, या किसी ने तेनू झिड़किया है? ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੈ। जे किसी ने झिड़किया नहीं है, तेरी तबीयत भी ठीक है, फिर होया की है? कुछ ते दस। ਮਾਂ ਮੈਂ ਕਿਹਾ ਨਾ ਏਦਾਂ ਦੀ ਕੋਈ ਗੱਲ ਨਹੀਂ। ਹੁਣ ਤੁਸੀਂ ਚੁੱਪ ਰਹੋ, ਮੈਨੂੰ ਪਰੇਸ਼ਾਨ ਨਾ ਕਰੋ। ठीक है, जा हुण कुछ नहीं बोलांगी। तू ते तेरे नखरे कदी खत्म ही नहीं हुंदे। ਰਾਤ ਨੂੰ ਸੌਂਦੇ ਵੇਲੇ ਮਧੂਰਾ ਬੜੀ ਪਰੇਸ਼ਾਨ ਸੀ। ਮਾਂ ਤੂੰ ਸੋ ਗਈ ਹੈ? बड़ी नींदर आउंदी पई है, सोण दे। ਪਹਿਲੇ ਮੇਰੀ ਗੱਲ ਸੁਣੋ ਨਾ, ਫੇਰ ਸੋ ਜਾਇਓ। ਹੁਣ ਕਿਉਂ ਦੱਸਣ ਲੱਗੀ ਐ ਮੈਨੂੰ? ਸਵੇਰ ਦੀ ਤੇ ਮੂੰਹ ਫੁਲਾ ਕੇ ਬੈਠੀ ਹੋਈ ਸੀ। ਚੱਲ ਦੱਸ ਕੀ ਹੋਇਆ? ਮਾਂ ਅੱਜ ਮੈਂ ਖੇਡਦੇ ਖੇਡਦੇ ਝਰਨੇ ਦੇ ਉਸ ਪਾਰ ਚਲੀ ਗਈ ਸੀ। ਝਰਨੇ ਦੇ ਉਸ ਪਾਰ ਬਗੀਚਾ ਹੈ ਨਾ। ਹਾਂ ਹੈਗਾ ਹੈ, ਪਰ ਹੋਇਆ ਕੀ ਇਹ ਤੇ ਦੱਸ। ਮਾਂ ਉੱਥੇ ਇੱਕ ਅੰਬ ਦਾ ਦਰਖਤ ਹੈ ਜਿਹੜਾ ਲਾਲ ਰੰਗ ਦਾ ਹੈ, ਤੇ ਉਹਦੇ ਉੱਤੇ ਬਸ 2 ਹੀ ਅੰਬ ਲੱਗੇ ਨੇ। ਤੇ ਉਸ ਦਰਖਤ ਉੱਤੇ ਲਾਲ ਰੰਗ ਦਾ ਕਬੂਤਰ ਬੈਠਾ ਹੈ ਜੋ ਬੋਲਦਾ ਹੈ। ਮਧੁਰਾ ਤੂੰ ਨਾ ਪਾਗਲ ਹੋ ਗਈ ਐ। ਜਿਵੇਂ ਜਿਵੇਂ ਵੱਡੀ ਹੁੰਦੀ ਪਈ ਐ, ਬੜਾ ਝੂਠ ਬੋਲਣ ਲੱਗ ਪਈ ਐ। ਅਗਲੇ ਸਾਲ ਤੈਨੂੰ ਤੇਰੀ ਮਾਸੀ ਦੇ ਘਰ ਭੇਜ ਦਿਆਂਗੀ। ਹੁਣ ਉਹੀ ਤੈਨੂੰ ਸੁਧਾਰੇਗੀ। ਭਾਵੇਂ ਮਾਸੀ ਦੇ ਘਰ ਭੇਜੋ ਜਾਂ ਨਾਨੀ ਦੇ ਘਰ, ਪਰ ਮੈਂ ਸੱਚ ਬੋਲਦੀ ਪਈ ਆ। ਅੱਛਾ ਅੱਛਾ, ਹੁਣ ਆਪਣੀ ਬਕਬਕ ਬੰਦ ਕਰ, ਸੋ ਜਾ ਤੇ ਮੈਨੂੰ ਵੀ ਸੌਣ ਦੇ। ਮੈਂ ਕੱਲ ਲੋਕਾਂ ਦੇ ਘਰ ਕੰਮ ਖਤਮ ਕਰਨ ਤੋਂ ਬਾਅਦ ਮੁਰਾਰੀ ਦੇ ਖੇਤ ਵਿੱਚ ਵੀ ਕੰਮ ਕਰਨ ਜਾਣਾ ਹੈ। ਉਹਦੇ ਖੇਤ ਵਿੱਚੋਂ ਕੱਲ ਆਲੂ ਨਿਕਲਣਗੇ। ਠੀਕ ਹੈ ਮਾਂ, ਤੁਸੀਂ ਸੋ ਜਾਵੋ, ਮੈਨੂੰ ਨੀਂਦਰ ਨਹੀਂ ਆਉਂਦੀ ਪਈ। ਅਗਲੇ ਦਿਨ ਮਧੂਰਾ ਉਸ ਬਗੀਚੇ ਵਿੱਚ ਦੁਬਾਰਾ ਜਾਂਦੀ ਹੈ, ਪਰ ਇਸ ਵਾਰ ਉਹ ਡਰਦੀ ਨਹੀਂ ਹੈ। ਉਹ ਉਸ ਪੇੜ ਦੇ ਹੇਠਾਂ ਖੜੀ ਹੋ ਕੇ ਵੇਖਦੀ ਪਈ ਹੈ। ਉਦੋਂ ਹੀ ਲਾਲ ਕਬੂਤਰ ਮਧੂਰਾ ਨੂੰ ਕਹਿੰਦਾ ਹੈ, ਤੂੰ ਡਰਨਾ ਇਹ ਸਭ ਕੀ ਹੈ? ਮੇਰੀ ਕੁਝ ਸਮਝ ਨਹੀਂ ਆਉਂਦਾ ਪਿਆ। ਡਰਨਾ ਗੁੱਟਰ ਕੋ ਡਰਨਾ। ਇਹ ਇੱਕ ਜਾਦੂਈ ਅੰਬ ਦਾ ਪੇੜ ਹੈ ਤੇ ਮੈਂ ਇੱਕ ਜਾਦੂਈ ਕਬੂਤਰ ਹਾਂ। ਗੁੱਟਰ ਕੋ ਅੱਛਾ। ਤੇਰਾ ਜੋ ਵੀ ਦਿਲ ਕਰੇ ਤੂੰ ਇਸ ਪੇੜ ਕੋਲੋਂ ਮੰਗ ਸਕਦੀ ਆ। ਤੇਰੀ ਹਰ ਇੱਛਾ ਇਹ ਪੇੜ ਪੂਰੀ ਕਰਾਂਗਾ। ਠੀਕ ਹੈ, ਅੱਜ ਤੇ ਨਹੀਂ ਪਰ ਫੇਰ ਕਦੀ ਜ਼ਰੂਰ ਮੰਗਾਂਗੀ। ਹੁਣ ਮਧੂਰਾ ਉਸ ਪੇੜ ਦੇ ਕੋਲ ਹਰ ਰੋਜ਼ ਆਉਣ ਲੱਗੀ ਹੈ। ਹੁਣ ਮਧੂਰਾ, ਉਹ ਪੇੜ ਅਤੇ ਕਬੂਤਰ ਤਿੰਨੋਂ ਦੋਸਤ ਬਣ ਗਏ। ਮਧੂਰਾ ਕਿੰਨੀ ਦੇਰ ਉਸ ਪੇੜ ਦੇ ਹੇਠਾਂ ਖੇਡਦੀ ਰਹਿੰਦੀ ਹੈ। ਇੱਕ ਦਿਨ ਮਧੂਰਾ ਦੀ ਮਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਡਾਕਟਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਬਿਮਲਾ ਨੂੰ ਆਖਿਰ ਬਿਮਾਰੀ ਕੀ ਹੈ। ਮਧੂਰਾ ਬੜੀ ਦੁਖੀ ਸੀ ਅਤੇ ਉਸ ਪੇੜ ਦੇ ਹੇਠਾਂ ਗਈ ਤੇ ਪੇੜ ਦੇ ਹੇਠਾਂ ਚੁੱਪਚਾਪ ਖੜੀ ਸੀ। ਅੱਜ ਨਾ ਉਹ ਹੱਸਦੀ ਪਈ ਸੀ, ਨਾ ਤੇ ਕੁਝ ਬੋਲਦੀ ਪਈ ਸੀ। ਮਧੁਰਾ ਕੀ ਹੋਇਆ? ਅੱਜ ਤੂੰ ਚੁੱਪ ਕਿਉਂ ਹੈ? ਗੁੱਟਰ ਕੋ ਹਾਂ, ਮੇਰੀ ਮਾਂ ਦੀ ਤਬੀਅਤ ਬੜੀ ਖਰਾਬ ਹੈ। ਡਾਕਟਰ ਨੂੰ ਵੀ ਸਮਝ ਨਹੀਂ ਆ ਰਿਹਾ ਹੈ ਕਿ ਬਿਮਾਰੀ ਕੀ ਹੈ। ਅੱਛਾ ਗੁੱਟਰ ਕੋ ਇਹ ਗੱਲ ਹੈ। ਮਧੁਰਾ
ਤੂੰ ਅੱਖਾਂ ਬੰਦ ਕਰਕੇ ਇਸ ਪੇੜ ਕੋਲੋਂ ਅੰਬ ਮੰਗ। ਅੰਬ ਮਿਲਣ ਤੋਂ ਬਾਅਦ ਮੈਂ ਤੈਨੂੰ ਦੱਸਦਾ ਬਈ ਕੀ ਕਰਨਾ ਹੈ। ਠੀਕ ਹੈ। ਇਸ ਅੰਬ ਵਿੱਚ ਅੰਮ੍ਰਿਤ ਹੈ। ਅੰਬ ਆਪਣੀ ਮਾਂ ਨੂੰ ਰਾਤ ਨੂੰ ਖਵਾ ਦੇ, ਉਹ ਠੀਕ ਹੋ ਜਾਊਗੀ। ਗੁੱਟਰ ਕੋ ਠੀਕ ਹੈ। ਮਧੁਰਾ ਨੇ ਬਿਲਕੁਲ ਉਦਾਂ ਹੀ ਕੀਤਾ ਜਿਸ ਤਰ੍ਹਾਂ ਉਸ ਕਬੂਤਰ ਨੇ ਕਿਹਾ ਸੀ। ਹੁਣ ਉਹਦੀ ਮਾਂ ਬਿਲਕੁਲ ਠੀਕ ਹੋ ਗਈ। ਇਹ ਗੱਲ ਪੂਰੇ ਪਿੰਡ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ। ਇਹ ਖਬਰ ਉਸ ਡਾਕਟਰ ਤੱਕ ਵੀ ਪਹੁੰਚ ਗਈ ਜਿਹੜਾ ਮਧੁਰਾ ਦੀ ਮਾਂ ਦਾ ਇਲਾਜ ਕਰਦਾ ਪਿਆ ਸੀ। ਹੈ ਇਹ ਕਿਸ ਤਰ੍ਹਾਂ ਹੋ ਗਿਆ? ਬਿਮਲਾ ਦੇ ਬੱਚਨ ਦੀ ਤਾਂ ਕੋਈ ਵੀ ਉਮੀਦ ਨਹੀਂ ਸੀ। ਆਖਿਰ ਇਹ ਚਮਤਕਾਰ ਹੋਇਆ ਕਿਸ ਤਰ੍ਹਾਂ? ਉਦੋਂ ਹੀ ਡਾਕਟਰ ਦੀ ਪਤਨੀ ਨੇ ਕਿਹਾ, ਬਿਮਲਾ ਦੀ ਧੀ ਨੇ ਉਹਨੂੰ ਠੀਕ ਕੀਤਾ ਹੈ। ਪਰ ਉਹ ਬੱਚੀ ਤੇ 4 ਸਾਲ ਦੀ ਹੈ, ਉਹ ਕਿਵੇਂ ਠੀਕ ਕਰ ਸਕਦੀ ਹੈ? ਪਤਾ ਨਹੀਂ, ਪਰ ਹਰ ਕਿਸੇ ਦੀ ਜ਼ੁਬਾਨ ਉੱਤੇ ਇਹੀ ਗੱਲ ਚੱਲਦੀ ਪਈ ਹੈ ਕਿ ਜਿਹੜਾ ਕੰਮ ਡਾਕਟਰ ਨਹੀਂ ਕਰ ਸਕਿਆ ਉਹ 4 ਸਾਲ ਦੀ ਬੱਚੀ ਨੇ ਕਰ ਵਿਖਾਇਆ। ਡਾਕਟਰ ਮਧੁਰਾ ਦੇ ਘਰ ਜਾਂਦਾ ਹੈ ਤੇ ਬਿਮਲਾ ਨੂੰ ਪੁੱਛਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਠੀਕ ਕਿਵੇਂ ਹੋਈ। ਬਿਮਲਾ ਉਸ ਡਾਕਟਰ ਨੂੰ ਦੱਸਦੀ ਏ ਕਿ ਉਹਦੀ ਬੇਟੀ ਨੇ ਕੋਈ ਅੰਬ ਖਵਾਇਆ ਸੀ ਉਹਨੂੰ, ਜਿਹਦੇ ਕਰਕੇ ਉਹ ਠੀਕ ਹੋ ਗਈ ਸੀ। ਇਹ ਕੀ ਮਜ਼ਾਕ ਹੈ ਬਿਮਲਾ? ਸੱਚ ਕਹਿੰਦੀ ਪਈ ਆ ਡਾਕਟਰ ਸਾਹਿਬ। ਉਦੋਂ ਹੀ ਉੱਥੇ ਮਧੁਰਾ ਆ ਜਾਂਦੀ ਹੈ। ਡਾਕਟਰ ਉਹਨੂੰ ਪੁੱਛਣ ਦੀ ਕੋਸ਼ਿਸ਼ ਕਰਦਾ ਹੈ ਪਰ ਮਧੁਰਾ ਉਸ ਨੂੰ ਕੁਝ ਵੀ ਨਹੀਂ ਦੱਸਦੀ। ਬੇਟਾ, ਤੂੰ ਆਪਣੀ ਮਾਂ ਨੂੰ ਕਿਹੜਾ ਅੰਬ ਖਵਾਇਆ ਸੀ ਜਿਸ ਨਾਲ ਉਹ ਠੀਕ ਹੋ ਗਈ? ਮੈਂ ਨਹੀਂ ਦੱਸਾਂਗੀ। ਇਹ ਕਹਿ ਕੇ ਮਧੁਰਾ ਉੱਥੋਂ ਚਲੀ ਜਾਂਦੀ ਹੈ। ਉਸ ਤੋਂ ਬਾਅਦ ਉਹ ਡਾਕਟਰ ਮਧੁਰਾ ਦਾ ਪਿੱਛਾ ਕਰਦਾ ਹੈ ਤੇ ਉਸ ਪੇੜ ਦੇ ਹੇਠਾਂ ਪਹੁੰਚ ਜਾਂਦਾ ਹੈ ਜਿੱਥੇ ਮਧੁਰਾ ਅੰਬ ਦੇ ਬਾਰੇ ਉਸ ਕਬੂਤਰ ਨਾਲ ਗੱਲ ਕਰ ਰਹੀ ਹੁੰਦੀ ਹੈ। ਪਤਾ ਹੈ, ਉਹ ਡਾਕਟਰ ਮੈਨੂੰ ਅੰਬ ਦੇ ਬਾਰੇ ਪੁੱਛ ਰਿਹਾ ਸੀ ਪਰ ਮੈਂ ਕੁਝ ਨਹੀਂ ਦੱਸਿਆ। ਤੂੰ ਚੰਗਾ ਕੀਤਾ ਗੁੱਟਰ ਕੋ। ਮਧੁਰਾ ਉੱਥੋਂ ਚਲੀ ਜਾਂਦੀ ਹੈ। ਫਿਰ ਡਾਕਟਰ ਉਸ ਕਬੂਤਰ ਨੂੰ ਕਹਿੰਦਾ ਹੈ, ਮੈਨੂੰ ਵੀ ਉਹ ਅੰਬ ਦੇ ਦੇ ਜੋ ਮਧੁਰਾ ਨੂੰ ਦਿੱਤਾ ਸੀ। ਪਰ ਤੈਨੂੰ ਅੰਬ ਕਿਉਂ ਚਾਹੀਦਾ ਏ ਗੁੱਟਰ ਕੋ? ਮਧੁਰਾ ਨੇ ਆਪਣੀ ਮਾਂ ਦੇ ਲਈ ਅੰਬ ਮੰਗਿਆ ਸੀ। ਮੈਨੂੰ ਆਪਣੇ ਮਰੀਜ਼ਾਂ ਦੇ ਲਈ ਚਾਹੀਦਾ ਹੈ। ਠੀਕ ਹੈ, ਤੂੰ ਇਸ ਪੇੜ ਦੇ ਥੱਲੇ ਖੜਾ ਹੋ ਜਾ ਗੁੱਟਰ ਕੋ ਤੇ ਆਪਣੀਆਂ ਅੱਖਾਂ ਬੰਦ ਕਰਕੇ ਮੰਗ। ਡਾਕਟਰ ਨੇ ਉਸੇ ਤਰ੍ਹਾਂ ਹੀ ਕੀਤਾ। ਉਸ ਨੂੰ ਵੀ ਅੰਬ ਮਿਲ ਗਿਆ। ਇਸ ਅੰਬ 'ਚ ਅੰਮ੍ਰਿਤ ਹੈ ਗੁੱਟਰ ਕੋ। ਇਹ ਸੁਣਦੇ ਹੀ ਡਾਕਟਰ ਉੱਥੋਂ ਜਾਣ ਲੱਗਦਾ ਹੈ। ਰੁਕ ਜਾ, ਜਾਂਦਾ ਕਿੱਥੇ ਪਿਆ ਏ? ਪਹਿਲਾਂ ਸਮਝ ਤਾਂ ਲੈ ਇਹਨੂੰ ਵਰਤਣਾ ਕਿਵੇਂ ਆ ਗੁੱਟਰ ਕੋ। ਹਾਂ ਹਾਂ ਠੀਕ ਹੈ, ਛੇਤੀ ਦੱਸ, ਮੇਰਾ ਸਮਾਂ ਬਰਬਾਦ ਨਾ ਕਰ। ਰਾਤ ਨੂੰ ਇਹ ਅੰਬ ਆਪਣੇ ਮਰੀਜ਼ਾਂ ਨੂੰ ਖਵਾ ਦਵੀਂ ਗੁੱਟਰ ਕੋ। ਠੀਕ ਹੈ। ਇਹ ਕਹਿ ਕੇ ਡਾਕਟਰ ਉੱਥੋਂ ਚਲੇ ਜਾਂਦਾ ਹੈ ਤੇ ਘਰ ਆ ਕੇ ਸੋਚਦਾ ਹੈ, ਇਹ ਅੰਮ੍ਰਿਤ ਵਾਲਾ ਅੰਬ ਮੈਂ ਮਰੀਜ਼ਾਂ ਨੂੰ ਕਿਉਂ ਖਿਲਾਵਾਂ? ਮੈਂ ਆਪ ਖਾਵਾਂਗਾ ਤੇ ਅਮਰ ਹੋ ਜਾਵਾਂਗਾ। ਇਹ ਸੋਚ ਕੇ ਉਹਨੇ ਅੰਬ ਆਪਣੇ ਆਪ ਹੀ ਖਾ ਲਿਆ। ਪਰ ਅੰਬ ਖਾਣ ਤੋਂ ਬਾਅਦ ਉਹ ਮਰ ਗਿਆ। ਚਾਰੇ ਪਾਸੇ ਗੱਲ ਫੈਲ ਗਈ। ਡਾਕਟਰ ਦੀ ਪਤਨੀ ਬੜੀ ਬੁਰੀ ਤਰ੍ਹਾਂ ਰੋਂਦੀ ਪਈ ਸੀ। ਹਾਏ ਓ ਰੱਬਾ, ਆ ਵੇਖੋ ਕੀ ਹੋ ਗਿਆ। ਇਹ ਗੱਲ ਜਦੋਂ ਮਧੁਰਾ ਨੂੰ ਪਤਾ ਚੱਲੀ ਤਾਂ ਉਹ ਸਿੱਧਾ ਉਸ ਪੇੜ ਦੇ ਹੇਠਾਂ ਗਈ। ਉਹਨੇ ਕਬੂਤਰ ਨੂੰ ਕਿਹਾ, ਵੇਖ, ਤੂੰ ਮੇਰਾ ਦੋਸਤ ਹੈ, ਇੰਨਾ ਬੁਰਾ ਕੰਮ ਨਾ ਕਰ। ਮੈਂ ਕੀ ਕੀਤਾ ਏ ਗੁੱਟਰ ਕੋ? ਵਿਚਾਰੇ ਡਾਕਟਰ ਨੂੰ ਕਿਉਂ ਮਾਰ ਮੈਂ ਦਿੱਤਾ? ਡਾਕਟਰ ਨੂੰ ਨਹੀਂ ਮਾਰਿਆ ਗੁੱਟਰ ਕੋ। ਡਾਕਟਰ ਨੇ ਝੂਠ ਬੋਲਿਆ। ਉਹਨੂੰ ਅੰਬ ਮਰੀਜ਼ਾਂ ਦੇ ਇਲਾਜ ਦੇ ਲਈ ਮਿਲਿਆ ਸੀ ਪਰ ਉਹਨੇ ਉਹਨਾਂ ਦਾ ਇਲਾਜ ਕਰਨ ਦੀ ਜਗ੍ਹਾ ਆਪੇ ਖਾ ਲਿਆ ਤਾਂ ਕਿ ਉਹ ਅਮਰ ਹੋ ਜਾਓ ਗੁੱਟਰ ਕੋ। ਇਸ ਲਈ ਉਹਨੂੰ ਇਹ ਸਜ਼ਾ ਮਿਲੀ ਆ। ਪਰ ਇਹਦੇ ਵਿੱਚ ਡਾਕਟਰ ਦੀ ਪਤਨੀ ਦੀ ਕੋਈ ਗਲਤੀ ਨਹੀਂ ਹੈ। ਉਹਦਾ ਕੀ ਕਸੂਰ ਹੈ? ਡਾਕਟਰ ਨੂੰ ਜ਼ਿੰਦਾ ਕਰ ਦੇ। ਠੀਕ ਹੈ, ਤੂੰ ਕਹਿੰਦੀ ਪਈ ਆ ਤੇ ਮੈਂ ਉਸ ਡਾਕਟਰ ਨੂੰ ਦੁਬਾਰਾ ਜਿਉਂਦਾ ਕਰ ਦਵਾਂਗਾ ਗੁੱਟਰ ਕੋ। ਚੰਗੀ ਗੱਲ ਹੈ। ਉਹ ਚਿੱਟਾ ਅੰਬ ਲੈ ਕੇ ਜਾ ਤੇ ਡਾਕਟਰ ਨੂੰ ਖਵਾ ਦੇ ਗੁੱਟਰ ਕੋ। ਮਧੁਰਾ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਕਬੂਤਰ ਨੇ ਕਿਹਾ ਸੀ। ਡਾਕਟਰ ਜਿਉਂਦਾ ਹੋ ਗਿਆ। ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਹਨੇ ਕਸਮ ਖਾਧੀ ਕਿ ਉਹ ਕਦੇ ਵੀ ਕੋਈ ਵੀ ਗਲਤ ਕੰਮ ਨਹੀਂ ਕਰੂਗਾ। ਮਧੁਰਾ ਬੇਟਾ, ਮੈਨੂੰ ਮਾਫ ਕਰ ਦੇ। ਮੈਂ ਹੁਣ ਕਦੀ ਵੀ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਾਂਗਾ। ਡਾਕਟਰ ਅਤੇ ਉਸ ਦੀ ਪਤਨੀ ਨੇ ਮਧੁਰਾ ਦਾ ਧੰਨਵਾਦ ਕੀਤਾ ਅਤੇ ਫਿਰ ਕੁਝ ਵੀ ਗਲਤ ਨਹੀਂ ਕੀਤਾ। ਪੂਰਾ ਪਿੰਡ ਮਧੁਰਾ ਅਤੇ ਉਹਦੀ ਮਾਂ ਦਾ ਸਨਮਾਨ ਕਰਨ ਲੱਗਿਆ।